सत श्री अकाल मित्रों, मैं साहिल अरोड़ा MW न्यूज़ मुखर वक्ता ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਰੋਜ਼ ਹੀ ਤੁਹਾਨੂੰ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਗੁਰਦੁਆਰਿਆਂ ਦੇ ਪ੍ਰਧਾਨ ਸੇਵਾਦਾਰਾਂ ਨਾਲ, ਕਮੇਟੀ ਮੈਂਬਰਾਂ ਨਾਲ, ਉੱਥੋਂ ਦੀ ਸਾਧ ਸੰਗਤ ਨਾਲ ਰੂਬਰੂ ਕਰਵਾਉਂਦੇ ਹਾਂ। ਜਾਣਕਾਰੀ ਲੈਂਦੇ ਹਾਂ ਵੀ ਕਿਸ ਤਰ੍ਹਾਂ ਚੱਲੀ ਉਹਨੂੰ ਗੁਰਦੁਆਰੇ ਦਾ ਕਾਰ-ਵਿਹਾਰ, ਗੁਰੂ ਘਰ ਦੀ ਸਥਾਪਨਾ ਹੋਏ ਨੂੰ ਕਿੰਨੇ ਸਾਲ ਹੋ ਗਏ, ਜਿਹੜਾ ਵਰਤਮਾਨ ਸਰੂਪ ਦੇ ਵਿੱਚ ਪਹੁੰਚਿਆ ਉਹਨੂੰ ਪਹੁੰਚਣ ਨੂੰ ਕਿੰਨੇ ਚਰਨਾਂ ਦੇ ਵਿੱਚ ਉਹਦਾ ਨਿਰਮਾਣ ਹੋਇਆ। ਉਸੇ ਕ੍ਰਮ 'ਚ ਸਾਡੀ ਟੀਮ ਪਹੁੰਚੀ ਗੁਰਦੁਆਰਾ ਸਿੰਘ ਸਭਾ ਪਿੰਡ 42H ਦੇ ਪ੍ਰਧਾਨ ਸੇਵਾਦਾਰ ਕੁਲਦੀਪ ਸਿੰਘ ਸਰੋਆ, ਜੋ ਕਿ ਗੁਰੂ ਜੀ ਦੇ ਨਾਮ ਨਾਲ ਵਿਖਿਆਤ ਹੈ ਕਿਉਂਕਿ ਉਹਨਾਂ ਨੇ ਆਪਦੀ ਅੱਧੀ ਤੋਂ ਵੀ ਜ਼ਿਆਦਾ ਉਮਰ ਸਿੱਖਿਆ ਦੇ ਖੇਤਰ 'ਚ ਲਗਾਈ ਹੈ। ਸਾਇੰਸ ਟੀਚਰ ਤੋਂ ਰਿਟਾਇਰ ਹੋਏ ਹੈ। ਸਾਰੀ ਉਮਰ ਉਹਨਾਂ ਨੇ ਆਪਦੇ ਬੱਚਿਆਂ ਨੂੰ ਪਰ ਵਧੀਆ ਸਿੱਖਿਆ, ਵਧੀਆ ਵਿੱਦਿਆ ਦੇ ਕੇ ਉਹਨਾਂ ਦਾ ਜੀਵਨ, ਉਹਨਾਂ ਦਾ ਭਵਿੱਖ ਸੁਧਾਰਿਆ ਹੈ ਅਤੇ ਹੁਣ ਉਹ ਧਾਰਮਿਕ ਪੱਧਰ 'ਤੇ ਸਮਾਜ ਦੀ ਸੇਵਾ ਕਰੀ ਜਾਂਦੇ ਆ। ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਚੱਲੀ ਜਾਂਦਾ ਗੁਰੂ ਘਰ ਦਾ ਕਾਰ-ਵਿਹਾਰ। ਅਤੇ ਸਭ ਤੋਂ ਪਹਿਲਾਂ ਤਾਂ ਗੁਰੂ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ। ਧੰਨਵਾਦ ਜੀ, ਬਹੁਤ ਤੁਹਾਡੇ ਚੈਨਲ ਦਾ ਵੀ ਬਹੁਤ ਸਵਾਗਤ ਹੈ। ਜਿਹੜੇ ਇੰਨਾ ਕਸ਼ਟ ਕਰਕੇ ਪਿੰਡਾਂ ਦੇ ਵਿੱਚ ਜਾਂਦੇ ਆ, ਵੱਡਾ ਉਪਰਾਲਾ ਹੈ ਤੁਹਾਡਾ ਇਹ। ਹਰ ਕੋਈ ਇਹ ਚਾਹੁੰਦਾ ਹੈ ਕਿ ਸਾਡੇ ਪਿੰਡਾਂ ਦੀ ਸਥਿਤੀ ਸਾਰੇ ਜਾਣਨ, ਕਿਸ ਤਰ੍ਹਾਂ ਦੇ ਪਿੰਡਾਂ ਦੇ ਲੋਕ ਰਹਿੰਦੇ ਆ, ਕਿਉਂਕਿ ਸ਼ਹਿਰਾਂ ਵਿੱਚ ਲੋਕਾਂ ਦੀ ਜ਼ਿੰਦਗੀ ਅਲੱਗ ਤਰ੍ਹਾਂ ਹੁੰਦੀ ਆ, ਪਿੰਡਾਂ ਵਿੱਚ ਲੋਕਾਂ ਦੀ ਜ਼ਿੰਦਗੀ ਅਲੱਗ ਤਰ੍ਹਾਂ ਹੁੰਦੀ ਆ। ਲੇਕਿਨ ਫਿਰ ਵੀ ਉਹ ਵੀ ਇਨਸਾਨ ਆ, ਇਹ ਵੀ ਇਨਸਾਨ ਆ। ਠੀਕ ਹੈ, ਦੁਸ਼ਵਾਰੀਆਂ ਆਉਂਦੀਆਂ, ਲੇਕਿਨ ਫਿਰ ਵੀ ਪਿੰਡਾਂ ਦੀ ਜ਼ਿੰਦਗੀ ਜਿੰਨੀ ਵੀ ਆ ਮੈਂ ਸਮਝਦਾ ਬਿਹਤਰ ਆ, ਕਿਉਂਕਿ ਤਾਜ਼ੀ ਹਵਾ, ਫਰੈਸ਼ ਵਾਤਾਵਰਣ, ਸਾਰਾ ਕੁਝ ਮਿਲਦਾ ਹੈ। ਸਿੱਖਿਆ ਸਾਰੇ ਪਾਸੇ ਇੱਕੋ ਹੀ ਆ, ਕਿਉਂਕਿ ਮੈਂ ਸਿੱਖਿਆ ਦੇ ਨਾਲ ਜੁੜਿਆ ਸੀ। ਤਕਰੀਬਨ 1983 ਤੋਂ ਮੈਂ ਸਰਵਿਸ ਲੱਗ ਗਿਆ ਸੀ। ਉਸ ਤੋਂ ਪਹਿਲਾਂ ਮੈਂ ਐਜੂਕੇਸ਼ਨ ਆਪਣੀ ਪੜ੍ਹੀ ਆ, ਗੰਗਾ ਨਗਰ ਤੱਕ, ਬੀਕਾਨੇਰ ਤੱਕ ਮੈਂ ਐਜੂਕੇਸ਼ਨ ਲਈ ਹੋਈ ਆ। ਬਾਕੀ ਬਹੁਤ ਧੰਨਵਾਦ ਜਿਹੜਾ ਤੁਸੀਂ ਇੱਥੇ ਤੱਕ ਪਹੁੰਚੇ ਆ ਜੀ ਸਾਡੇ ਤੱਕ। ਅਤੇ ਗੁਰੂ ਜੀ, ਗੱਲ ਕਰੀਏ ਤੁਸੀਂ ਕਿਹੜੇ ਸੰਨ ਦੇ ਵਿੱਚ ਰਿਟਾਇਰ ਹੋਏ ਅਤੇ ਕਦੋਂ ਤੋਂ ਤੁਸੀਂ ਧਾਰਮਿਕ ਪੱਧਰ 'ਤੇ ਸੇਵਾ ਕਰਦੇ ਆ ਰਹੇ ਹੋ, ਉਹਦੇ ਬਾਰੇ ਦੱਸੋ, ਆਪਦੇ ਬਾਰੇ। ਮੇਰਾ ਜਨਮ 15 ਜੁਲਾਈ ਜੋ ਕਿ ਕੱਲ੍ਹ ਪਰਸੋਂ ਹੀ ਹੋ ਕੇ ਗਿਆ, 15 ਜੁਲਾਈ 1956 ਆ। ਮੈਂ 1983 ਦੇ ਵਿੱਚ 16/4/83 ਦੇ ਵਿੱਚ ਸਰਵਿਸ 'ਚ ਚਲ ਗਿਆ ਸੀ। ਮੇਰੀ ਪਹਿਲੀ ਪੋਸਟਿੰਗ ਜਿਹੜੀ ਹੈ ਨਵਲਗੜ੍ਹ ਸੀ, ਨਵਲਗੜ੍ਹ ਜ਼ਿਲ੍ਹਾ ਝੁੰਝਨੂ ਆ। ਉਸ ਤੋਂ ਉਪਰੰਤ 1 ਸਾਲ ਤੋਂ ਉਪਰੰਤ ਮੈਂ ਗੰਗਾ ਨਗਰ ਵਿੱਚ ਆ ਗਿਆ, ਸੂਰਤਗੜ੍ਹ ਤਹਿਸੀਲ 'ਚ, ਵੀਰਮਾਣਾ ਉਹਦੇ ਵਿੱਚ। ਵੀਰਮਾਣਾ ਤੋਂ ਬਾਅਦ ਫਿਰ ਮੈਂ 1 ਸਾਲ 39 ਜੀ ਲਾਇਆ। ਉਸ ਤੋਂ ਬਾਅਦ 1 ਸਾਲ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਕਰਨਪੁਰ ਰਿਹਾ। ਉਸ ਤੋਂ ਬਾਅਦ ਸਰਦਾਰ ਸਿੰਘਪੁਰ ਨੱਗੀ ਤੋਂ ਫਿਰ ਮੈਂ ਪ੍ਰਮੋਸ਼ਨ ਲੈ ਕੇ 15 ਹੋ ਗਿਆ। ਇਸ ਕਰਕੇ ਮੈਂ ਜਦੋਂ 15 ਆ ਗਿਆ, ਉਸ ਤੋਂ ਉਪਰੰਤ ਮੇਰਾ ਝੁਕਾਵ ਨੇਚਰਲੀ ਖੇਲਾਂ ਦੇ ਨਾਲ ਤਾਂ ਸੀ ਸ਼ੁਰੂ 'ਚ, ਲੇਕਿਨ ਫਿਰ ਉਸ ਤੋਂ ਬਾਅਦ ਮੇਰਾ ਅਧਿਆਤਮਿਕ ਵੱਲ ਵੀ ਚਲਾ ਗਿਆ। ਗੁਰਦੁਆਰੇ ਜਾਣਾ, ਉੱਥੇ ਸੇਵਾ ਕਰਨਾ, ਉਹਨਾਂ ਦੇ ਵਿਚਾਰ ਜਾਣਨਾ, ਇਹ ਸੀ। ਸਤਸੰਗ ਵਗੈਰਾ ਦੇ ਵਿੱਚ ਵੀ ਮੇਰੀ ਰੁਚੀ ਸੀ। ਸਤਸੰਗ ਕਰਾਉਣਾ ਵੀ, ਗੁਰਦੁਆਰੇ ਸਾਹਿਬ ਕਰਾਉਣਾ, ਕਦੀ ਕਰਵਾਉਂਦੇ ਸੀ ਅਸੀਂ। ਕਾਲੀਆਂ ਤੱਕ ਦੇ ਸੰਤ ਉਹ ਆ ਜਾਂਦੇ ਸੀ ਗੁਰਦੁਆਰੇ, ਉਹ ਕਰਦੇ, ਕੀਰਤਨ ਕਰਦੇ ਸੀ। ਹੌਲੀ ਝੁਕਾਵ ਹੁੰਦਾ ਗਿਆ। ਅਤੇ ਉਸ ਤੋਂ ਬਾਅਦ ਫਿਰ ਹੌਲੀ ਪਿੰਡ ਦੇ ਗੁਰਦੁਆਰੇ ਦੀ ਸਥਿਤੀ ਜਦੋਂ ਜਾਣੀ ਤਾਂ ਉਦੋਂ ਫਿਰ, ਕਿਉਂਕਿ ਸਾਡੇ ਪਿੰਡ ਦੇ ਵਿੱਚ 2 ਅਸੀਂ ਇਹ ਕਰਵਾਉਂਦੇ ਆ ਮੇਨ ਆਯੋਜਨ ਜਿਹੜੇ ਆ ਗੁਰਸਿੱਖੀ ਦੇ। ਇੱਕ ਹੈਗਾ ਆ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ, ਅਸੀਂ ਖੂਬ ਧੂਮਧਾਮ ਨਾਲ ਮਨਾਉਂਦੇ ਆ। ਪ੍ਰਭਾਤ ਫੇਰੀ ਵੀ ਨਿਕਲਦੀ ਆ, ਫਿਰ ਸ਼ਾਮ ਨੂੰ ਨਗਰ ਕੀਰਤਨ ਵੀ ਨਿਕਲਦਾ ਆ, ਗਾਇਕ ਕਲਾਕਾਰ ਵੀ ਬੁਲਾ ਲੈਂਦੇ ਅਸੀਂ ਕਦੀ। ਅਤੇ ਉਸ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਜਯੰਤੀ ਮਨਾਉਂਦੇ ਆ। ਅਤੇ ਇਹ ਕਰਦੇ ਫਿਰ ਹੀ ਇੱਕ ਦਿਨ ਵਿਚਾਰ ਬਣ ਗਿਆ ਇਸ ਤਰ੍ਹਾਂ ਹੀ ਕਿ ਆਪਾਂ ਗੁਰੂ ਘਰ, ਅਸਲ 'ਚ ਗੁਰੂ ਘਰ ਸਾਡਾ ਬਹੁਤ ਪੁਰਾਣਾ ਆ, ਕਿਉਂਕਿ ਸਾਰਾ ਪਿੰਡ ਜਿਹੜਾ ਆ ਇਹ ਤਕਰੀਬਨ ਪੰਜਾਬ ਤੋਂ ਉੱਠ ਕੇ ਆਇਆ ਇੱਥੇ। ਔਰ ਆਇਆ ਉਸ ਵੇਲੇ ਜਦੋਂ ਇੱਥੇ ਬਿਲਕੁਲ ਪਾਣੀ ਹੈ ਨਹੀਂ ਸੀ। ਪਾਣੀ ਵੀ ਮੈਨੂੰ ਕਹਿੰਦੇ ਹੋਏ ਫਖਰ ਹੁੰਦਾ ਹੈ ਕਿ ਸਾਡੇ ਬਜ਼ੁਰਗਾਂ ਨੇ ਬੜਾ ਕਸ਼ਟ ਸਹੇ ਆ। ਕਸ਼ਟ ਸਹਿ ਕੇ ਤਕਰੀਬਨ ਸਾਦਕੀ ਨਹਿਰ ਆਉਂਦੀ ਹੈ ਸਾਡੇ ਪਾਕਿਸਤਾਨ, ਜਿਹੜੀ ਕਿ ਨਿਕਲਦੀ ਤਾਂ ਇੰਡੀਆ 'ਚੋਂ ਹੀ ਆ, ਲੇਕਿਨ ਪਾਕਿਸਤਾਨ 'ਚੋਂ ਵਹਿੰਦੀ ਆ। ਪਾਣੀ ਪੀਣ ਨੂੰ ਉੱਥੋਂ ਆਉਂਦਾ ਸੀ ਸਾਡੇ ਕੋਲੇ। ਕਸ਼ਟ ਬਹੁਤ ਸਹੇ ਆ ਸਾਡੇ ਮਾਂ ਨੇ, ਪੇ ਨੇ, ਬਾਪ ਨੇ, ਸਾਰੇ ਪਿੰਡ ਨੇ ਕਸ਼ਟ ਬਹੁਤ ਸਹੇ ਆ। ਲੇਕਿਨ ਹੌਲੀ ਸਹੂਲਤਾਂ ਮਿਲਦੀਆਂ ਗਈਆਂ। ਰਾਜਸਥਾਨ ਸਰਕਾਰ ਵੀ ਦਿੰਦੀ ਗਈ ਸਹੂਲਤਾਂ। ਨਹਿਰਾਂ ਦੋਨੋਂ ਤਰਫ ਆ ਗਈਆਂ, ਇੱਕ O ਮਾਈਨਰ ਆ, ਇੱਕ H ਮਾਈਨਰ ਆ। ਹੌਲੀ ਸਥਿਤੀ ਬਣੀ, ਰਹਿਣ ਜੋਗੇ ਹੋਏ। ਉਸ ਤੋਂ ਉਪਰੰਤ ਫਿਰ ਬਜ਼ੁਰਗਾਂ ਨੇ ਗੁਰਦੁਆਰੇ ਦਾ ਨਿਰਮਾਣ ਵੀ ਪਿੰਡ ਵਿੱਚ ਕਰਵਾਇਆ ਅਤੇ ਮੰਦਰ ਦਾ ਨਿਰਮਾਣ ਵੀ, ਸ਼ਿਵ ਮੰਦਰ ਜਿੱਥੇ ਹੈ ਹਨੂੰਮਾਨ ਜੀ ਦੀ ਹੈ ਲੱਗੀ ਉੱਥੇ, ਉਹ ਵੀ ਕਰਵਾਈ। ਬਿਨਾਂ ਕਿਸੇ ਭੇਦਭਾਵ ਤੋਂ ਹੀ ਸਾਰੇ ਕੰਮ ਇਹ ਕਰਵਾਏ ਆ। ਬੜੇ ਕਸ਼ਟ ਸਹੇ ਆ, ਕਿਉਂਕਿ ਉਦੋਂ ਸਮਾਨ ਲਿਆਉਣ ਜਾਣ ਨੂੰ ਬਹੁਤ ਸਮੱਸਿਆ ਸੀ। ਬਲਦ ਵੀ ਨਹੀਂ ਹੁੰਦੇ ਸੀ, ਊਂਟ ਗੱਡੀਆਂ ਸੀ ਉਸ ਟਾਈਮ, ਇੱਟਾਂ ਵੀ ਨਹੀਂ ਸੀ ਮਿਲਦੀਆਂ ਸੀ। ਇੱਥੇ ਇੱਟਾਂ ਵੀ ਬਹੁਤ ਦੂਰੋਂ ਲਿਆ ਕੇ ਵੱਡੇ ਉਪਰਾਲੇ ਦੇ ਨਾਲ ਹੀ ਗੁਰਦੁਆਰੇ ਰੱਖੀਆਂ। ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦਿੱਤਾ
ਤੇ ਇਹੀ ਸੋਚ ਕੇ ਫਿਰ ਮੈਂ ਜਦੋਂ ਇਹ ਅਖੰਡ ਪਾਠ ਕਰਵਾਇਆ ਸੀ ਗੁਰਦੁਆਰੇ, ਫਿਰ ਮੈਂ ਆਪਣੇ ਜਿੰਨੇ ਬਜ਼ੁਰਗ ਸੀ ਉਹਨਾਂ ਦੇ ਨਾਂ ਲੈ ਕੇ ਸਾਰਿਆਂ ਨੂੰ ਮੋਟੀਵੇਸ਼ਨ ਦਿੱਤਾ ਵੀ ਆਪਾਂ ਹੁਣ ਵੱਡਾ ਉਪਰਾਲਾ ਕਰੀਏ। ਇਹ ਗੁਰਦੁਆਰਾ ਤਕਰੀਬਨ ਮੈਂ ਸਮਝਦਾ ਹਾਂ ਕਿ 90-95 ਸਾਲ ਤੋਂ ਹੋ ਗਿਆ ਇਸ ਗੁਰਦੁਆਰੇ ਨੂੰ। ਕਾਫੀ ਪੁਰਾਣਾ ਹੋ ਗਿਆ। ਹਾਂਜੀ, ਬਹੁਤ ਪੁਰਾਣਾ ਹੋ ਗਿਆ। ਜਦੋਂ ਦਾ ਪਿੰਡ ਵੱਜਿਆ ਉਦੋਂ ਦਾ ਹੀ। ਹਾਂਜੀ, ਉੱਦਾਂ ਹੀ ਬਣਿਆ ਆ। ਫਿਰ ਸਾਰਿਆਂ ਨੇ, ਪਿੰਡ ਵਾਲਿਆਂ ਨੇ ਸਹਿਮਤੀ ਦਿੱਤੀ ਤਾਂ ਅਸੀਂ ਇਹ ਕੁਛ ਪਿੰਡ 'ਚੋਂ ਵਾਸ਼ ਇਕੱਠੀ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਕਰਾਉਣ ਲੱਗੇ ਆ, ਨਵਾਂ ਬਣਾਉਣ ਲੱਗੇ ਆ। ਵਾਹਿਗੁਰੂ ਪੂਰੀ ਕਰੇ, ਬਸ ਉਹਦਾ ਓਟ ਆਸਰਾ ਲੈ ਆਇਆ। ਕੁਛ ਬਜ਼ੁਰਗਾਂ ਦਾ ਆਸਰਾ ਲੈ ਆਇਆ, ਕਿਉਂਕਿ ਮੇਰੇ ਤੋਂ ਪਹਿਲਾਂ ਸੇਵਾ ਬਹੁਤ ਸਾਰਿਆਂ ਨੇ ਕੀਤੀ ਆ। ਸਮੇਂ 'ਤੇ ਜਿਹੜੇ ਕਰਦੇ ਵੀ ਗਏ, ਉਸ ਤੋਂ ਉਪਰੰਤ ਉਹ ਥੋੜ੍ਹਾ ਫਿਰ ਕੰਮਾਂ ਕਾਰਾਂ ਦੇ ਵਿੱਚ ਹੋਰ ਪਾਸੇ ਰੁੱਝ ਗਏ। ਅਤੇ ਇਸ ਕਰਕੇ ਫਿਰ ਹੁਣ ਮੈਂ ਇਹ ਲਿਆ ਆ। ਲੇਕਿਨ ਸਹਿਯੋਗ ਸਾਰਿਆਂ ਦਾ ਹੀ ਆ, ਸਹਿਯੋਗ ਸਾਰੇ ਪਿੰਡ ਦਾ ਹੀ ਆ। ਅਸੀਂ ਇਸ ਵਾਸਤੇ ਸਾਰੇ ਪਿੰਡ ਨੂੰ ਇਕੱਠਾ ਕਰਦੇ ਹਾਂ। ਮੀਟਿੰਗ ਹੁੰਦੀ ਤਾਂ ਅਨਾਊਂਸ ਕਰ ਦਿੰਦੇ ਹਾਂ, ਸਾਰੇ ਪਹੁੰਚ ਵੀ ਜਾਂਦੇ ਆ। ਪਹੁੰਚ ਕੇ ਸਾਰੀ ਗੱਲਬਾਤ ਉਹਨਾਂ ਦੇ ਸਾਹਮਣੇ ਰੱਖੀ ਜਾਂਦੀ ਆ, ਫਿਰ ਮੰਨ ਵੀ ਜਾਂਦੇ ਆ। ਮੰਨ ਕੇ ਉਸ ਤਰ੍ਹਾਂ ਫਿਰ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਹੈ, ਕਿਉਂਕਿ ਇਹ ਕਿਸੇ ਇਕੱਲੇ ਦਾ ਕੰਮ ਨਹੀਂ। ਇਕੱਲੇ ਦਾ ਕੰਮ ਨਾ ਹੋ ਵੀ ਨਹੀਂ ਸਕਦਾ, ਕਿਉਂਕਿ ਇਹ ਸਾਰਿਆਂ ਦਾ ਸਾਂਝਾ ਗੁਰੂ ਘਰ ਆ। ਜਿੱਥੇ ਸਾਂਝਾ ਹੋਵੇ ਉੱਥੇ ਸਮਝ ਕੇ ਚੱਲੋ ਕਿ ਗੁਰੂ ਆਪ ਵਰਤਦਾ ਹੈ। ਇਹ ਉਹ ਗੁਰੂ ਦਾ ਆਸ਼ੀਰਵਾਦ ਆ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ, ਉਹਨਾਂ ਦਾ ਹੀ ਓਟ ਆਸਰਾ ਮੈਂ ਲੈ ਕੇ ਚੱਲਿਆ ਸੀ ਕਿ ਦਾਤਾ ਲੱਗੇ ਆ ਕੰਮ ਕਰਨ, ਪੂਰੀ ਤੂੰ ਹੀ ਪਾਉਣੀ ਆ। ਔਰ ਹਮੇਸ਼ਾ ਵਾਸਤਵ 'ਚ ਇੱਦਾਂ ਹੀ ਹੁੰਦੀ ਆ, ਕਿਉਂਕਿ ਜਦੋਂ ਵੀ ਗੁਰੂ ਘਰ ਅਸੀਂ ਜਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਉਂਦੇ ਹਾਂ ਤਾਂ ਅਸੀਂ ਜ਼ੀਰੋ ਤੋਂ ਚਾਲੂ ਕਰਦੇ ਹਾਂ। ਅਸੀਂ ਪਿੰਡ 'ਚੋਂ ਵਾਸ਼ ਨਹੀਂ ਇਕੱਠੀ ਕਰਦੇ, ਗੁਰੂ ਘਰ ਹੀ ਬਹਿੰਦੇ ਹਾਂ। ਉੱਥੇ ਹੀ ਆ ਕੇ ਸਾਰੇ ਪਿੰਡ ਦੇ ਵਿੱਚੋਂ ਵਾਸ਼ ਇਕੱਠੀ ਹੋ ਜਾਂਦੀ ਆ। ਉਹ ਵਾਸ਼ ਪੈਸੇ ਜਿੰਨੇ ਦੇ ਜਾਣ, ਲੇਕਿਨ ਕਦੀ ਘਾਟ ਨਹੀਂ ਹੋਈ। ਨਾ ਤਾਂ ਲੰਗਰ 'ਚ ਕੋਈ ਘਾਟ ਹੋਈ ਆ, ਨਾ ਉਹਦੇ 'ਚ ਘਾਟ ਹੋਈ ਆ। ਕਿਉਂਕਿ ਸਭ ਜਾਣਾ ਕਿ ਅਖੰਡ ਪਾਠ ਦੇ ਵਿੱਚ 5 ਸਿੰਘ ਸਾਹਿਬ ਗਿਆਨੀ ਜੀ ਪਾਠ ਕਰਦੇ ਆ। ਉਹ ਤਕਰੀਬਨ ਪੂਰਾ ਹੋ ਜਾਂਦਾ ਆ। ਕਦੀ ਮੈਂ ਨਹੀਂ ਸਮਝਿਆ ਕਿ ਮੈਂ ਆਪਣੇ ਕੋਲੋਂ ਕੁਛ ਲਾਇਆ ਹੋਵੇ। ਬਸ ਪਿੰਡ ਦੀ ਸਾਂਝ ਹੁੰਦੀ ਆ। ਬਾਕੀ ਹੁਣ ਕਿਉਂਕਿ ਜਿੰਨਾ ਪੈਸਾ ਬਚਦਾ ਆ ਉਹ ਗੁਰੂ ਘਰ ਦਾ ਖਾਤਾ ਖੁਲਾਇਆ, ਅਸੀਂ ਉਹਦੇ ਵਿੱਚ ਜਮ੍ਹਾਂ ਕਰਾ ਦਿੰਦੇ ਹਾਂ। ਇਸੇ ਤਰ੍ਹਾਂ ਹੀ ਚੱਲੀ ਜਾਂਦੀ ਹੈ ਜੀ। ਅਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਗੁਰੂ ਘਰ ਦੀ ਕਮੇਟੀ ਹੈ। ਉਹ ਕਮੇਟੀ ਕਿੰਨੇ ਜਣਿਆਂ ਦੀ ਹੈ ਅਤੇ ਕਮੇਟੀ ਮੈਂਬਰਾਂ ਦੇ ਨਾਮ ਕੀ? ਜਦੋਂ ਗੁਰਦੁਆਰਾ ਸਾਹਿਬ ਅਨਾਊਂਸ ਕੀਤਾ ਸੀ, ਉਸ ਤੋਂ ਬਾਅਦ ਕਈ ਨੇ ਇਸ ਵਿੱਚ ਬਹੁਤ ਰੁਚੀ ਦਿਖਾਈ ਸੀ। ਹੁਣ ਮੇਰੇ ਨਾਲ ਇੱਕ ਗੁਰਚਰਨ ਸਿੰਘ ਜੀ ਆ, ਉਹ ਮੇਰੇ ਨਾਲ ਹੀ ਰਹਿੰਦੇ 24 ਘੰਟੇ। ਜਿੱਥੇ ਜਾਣਾ ਉਹ ਹਰਦਮ ਨਾਲ ਜਾਂਦੇ ਆ। ਮੈਂ ਵੀ ਉਹਨਾਂ ਤੋਂ ਪੁੱਛੇ ਬਿਨਾਂ ਕੋਈ ਕੰਮ ਨਹੀਂ ਕਰਦਾ, ਕਿਉਂਕਿ ਪੈਸਾ ਸਾਰਾ ਗੁਰੂ ਕਰਦਾ। ਉਹ ਤੋਂ ਬਾਅਦ ਸਾਹਿਬ ਸਿੰਘ ਆ, ਉਸ ਤੋਂ ਬਾਅਦ ਕੁਲਵੰਤ ਸਿੰਘ ਆ, ਹਰਭਜਨ ਸਿੰਘ ਆ, ਗੁਰਪਾਲ ਸਿੰਘ ਆ, ਪ੍ਰੀਤਮ ਸਿੰਘ ਆ। ਇਸ ਤੋਂ ਬਾਅਦ ਨਿਰਮਲ ਸਿੰਘ ਜੀ ਆ, ਉਹਨਾਂ ਦੇ ਬੱਚੇ ਮਿਸਤਰੀ ਦਾ ਕੰਮ ਕਰਦੇ। ਉਹ ਕੋਈ ਵੀ ਸਹਿਯੋਗ ਹੁੰਦਾ ਤਾਂ ਉਹ ਬੱਚੇ ਵਿਚਾਰੇ ਆ ਜਾਂਦੇ ਆ, ਦੱਸਦੇ ਆ ਅੰਕਲ ਇੱਦਾਂ ਕਰ ਲਈਏ, ਇੱਦਾਂ ਕਰ ਲਈਏ। ਇਸ ਤੋਂ ਇਲਾਵਾ ਹੋਰ ਵੀ ਕਈ ਇਸ ਤਰ੍ਹਾਂ ਦੇ ਮੈਂਬਰ ਆ ਸਾਡੇ ਕੋਲ ਹੈਗੇ ਆ। ਇਹ 11 ਕੁੱਲ ਮੈਂਬਰ 11 ਬਣ ਜਾਂਦੇ ਆ। ਇਹ 11 ਮੈਂਬਰਾਂ ਤੋਂ ਪੁੱਛ ਕੇ ਹੀ ਸਾਰਾ ਕੰਮ ਕਰਦੇ ਆ। ਇਹਨਾਂ ਨੂੰ ਪੁੱਛਦੇ ਆ ਪਹਿਲਾਂ, ਉਸ ਤੋਂ ਬਾਅਦ ਜਿੱਥੇ ਜਾਣਾ ਹੁੰਦਾ ਹੈ ਫਿਰ ਇਕੱਠੇ ਜਾਂਦੇ ਆ। ਕੋਈ ਹਾਂ ਕਰਦਾ ਜੋ ਕੰਮ, ਕਿਉਂਕਿ ਕੰਮ ਕਾਜਾਂ 'ਚ ਵੀ ਫਸੇ ਹੁੰਦੇ ਆ, ਉਸ ਤੋਂ ਬਾਅਦ ਨਹੀਂ ਜਾ ਸਕਦੇ ਤਾਂ ਅਸੀਂ ਫਿਰ 3-4 ਜਣੇ ਜ਼ਰੂਰ ਜਾਂਦੇ ਆ। ਚਾਹੇ ਇੱਟਾਂ ਦਾ ਪੁੱਛਣ ਜਾਈਏ, ਚਾਹੇ ਬਦਰੀ ਪੁੱਛਣ ਜਾਈਏ, ਚਾਹੇ ਕੋਈ ਗੁਰਦੁਆਰਾ ਦੇਖਣ ਦਾ ਹੋਵੇ ਜਾਂ ਹੋਰ ਕੁਛ ਰਲ ਕਰੀਏ, ਤਾਂ ਸਾਰੇ ਇਹਨਾਂ ਨੂੰ ਲੈ ਕੇ ਹੀ ਨਾਲ ਤੁਰੀਦਾ ਹੈ ਜੀ। ਹੁਣ ਜਿਵੇਂ ਤੁਸੀਂ ਗੁਰੂ ਘਰ ਦਾ, ਜਿਵੇਂ ਅਸੀਂ ਪਿੰਡ 'ਚ ਪਤਾ ਕਰਿਆ, ਗੁਰੂ ਘਰ ਦਾ ਦੁਬਾਰਾ ਨਿਰਮਾਣ ਹੋ ਰਿਹਾ ਅਤੇ ਉਸ ਸਮੇਂ ਦੀ ਜ਼ਰੂਰਤ ਦੇ ਹਿਸਾਬ ਨਾਲ, ਜੇ ਸਮੇਂ ਦੀ ਮੰਗ ਦੇ ਹਿਸਾਬ ਨਾਲ ਦੁਬਾਰਾ ਤਿਆਰ ਹੋਈ ਜਾਂਦਾ। ਉਹ ਜਦੋਂ ਨਿਰਮਾਣ ਕਾਰਿਆ ਦੇ ਵਿੱਚ ਜਦੋਂ ਵਾਸ਼ ਜਾਂ ਰੱਖਿਆ, ਵਾਸ਼ ਫਿਰ ਤੁਸੀਂ ਕੋਈ ਬੀਗਿਆ ਮਗਰ ਲਾਈ ਜਾਂ ਖੁੱਲ੍ਹੀ ਵਾਸ਼ ਲਾਈ ਹੈ? ਅਸੀਂ ਸਾਰੇ ਉਦੋਂ ਮੀਟਿੰਗ ਕੀਤੀ ਸੀ। ਮੀਟਿੰਗ ਕਰਕੇ ਨਿਰਣਾ ਕੀਤਾ ਕਿ 500 ਰੁਪਏ ਪ੍ਰਤੀ ਬਿੱਗਾ ਅਸੀਂ ਵਾਸ਼ ਇਕੱਠੀ ਕਰਾਂਗੇ। ਔਰ ਸਾਰੇ ਹੀ ਪਿੰਡ ਨੇ ਇਸ ਵਾਸਤੇ ਸਹਿਮਤੀ ਦਿੱਤੀ ਸੀ ਕਿ 500 ਰੁਪਏ ਕਰੋ ਜੀ। ਜਦੋਂ ਵੀ ਵਾਸ਼ ਕਰਨ ਦਾ, ਕਿਉਂਕਿ ਅਸੀਂ ਵਾਸ਼ ਕਰਦੇ ਹਾਂ ਤਕਰੀਬਨ ਜਦੋਂ ਹਾੜੀ ਦੀ ਫਸਲ ਚੁੱਕੀ ਜਾਂਦੀ ਆ, ਕਣਕ ਸਰੋਂ ਜਾਂ ਛੋਲੇ ਦੀ ਫਸਲ ਚੁੱਕੀ ਜਾਂਦੀ ਹੈ, ਉਸ ਤੋਂ ਉਪਰੰਤ ਕੋਈ ਦਿਨ ਦੇਖ ਲੈਂਦੇ, ਐਤਵਾਰ ਅਨਾਊਂਸ ਕਰਦੇ ਨੇ ਵੀ ਅਸੀਂ ਇਸ ਦਿਨ ਆਪਾਂ ਹੀ ਵਾਸ਼ ਇਕੱਠੀ ਕਰਾਂਗੇ। ਸਾਰੇ ਆਪਣੇ ਘਰੇ ਪੈਸੇ ਲਿਆ ਕੇ ਰੱਖੋ। ਫਿਰ ਅਸੀਂ ਨਿਕਲਦੇ ਸਾਰੇ 10-12 ਜਣੇ ਜਿੰਨੇ ਵੀ ਮੈਂਬਰ ਆ, 10-12 ਜਣੇ ਨਿਕਲਦੇ ਆ। ਉਸ ਤੋਂ ਉਪਰੰਤ ਫਿਰ ਇਹ ਅਸੀਂ ਸਾਰੀ ਵਾਸ਼ ਇਕੱਠੀ ਕਰਕੇ ਗੁਰੂ ਘਰ ਬੈਂਕ ਦੇ ਵਿੱਚ ਜਮ੍ਹਾਂ ਕਰਾ ਦਿੰਦੇ ਆ। ਉਸ ਤੋਂ ਪਹਿਲਾਂ ਅਸੀਂ ਇੱਕ ਹੋਰ ਉਪਰਾਲਾ ਕੀਤਾ। ਪਹਿਲੇ ਸਾਲ ਤਾਂ ਨਹੀਂ ਸੀ ਕੀਤਾ, ਦੂਜੇ ਸਾਲ ਕੀਤਾ। ਅਸੀਂ ਫਿਰ ਕਣਕ ਵੀ ਇਕੱਠੀ ਕਰਨ ਲੱਗ ਗਏ। ਅਸੀਂ ਟਰੈਕਟਰ ਟਰਾਲੀ ਪਿੰਡ ਦਾ ਲੈ ਕੇ ਕਣਕ ਹਰ ਘਰ ਦੇ ਵਿੱਚੋਂ ਜਿੰਨੀ ਵੀ ਸ਼ਰਧਾ ਹੋਵੇ ਕਿਸੇ ਦੀ, ਅਤੇ ਅਸੀਂ ਉਹ ਕਣਕ ਵੀ ਇਕੱਠੀ ਕਰਦੇ ਹਾਂ, ਸਰੋਂ ਵੀ ਇਕੱਠੀ ਕਰਦੇ ਹਾਂ, ਤਾਂ ਉਹ ਲਿਜਾ ਕੇ ਬਾਜ਼ਾਰ ਦੇ ਵਿੱਚ ਵੇਚਦੇ ਨੇ। ਜਿੰਨੇ ਵੀ ਪੈਸੇ ਆਉਂਦੇ ਉਹ ਵੀ ਗੁਰੂ ਘਰ ਦੇ ਖਾਤੇ ਵਿੱਚ ਜਮ੍ਹਾਂ ਕਰਾ ਦਿੰਦੇ ਆ। ਇਸੇ ਤਰ੍ਹਾਂ ਥੋੜ੍ਹਾ ਕਰਕੇ ਹੀ ਸਾਰਾ ਕੁਝ ਹੋ ਰਿਹਾ ਹੈ।
ਤੇ ਹੁਣ ਜਿਵੇਂ ਗੱਲ ਕਰੀ ਜਾਵੇ, ਅਸੀਂ ਜਿਵੇਂ ਏਰੀਏ ਦੇ ਵਿੱਚ ਪਿੰਡਾਂ ਦੇ ਵਿੱਚ ਪਤਾ ਕਰਿਆ, ਤੇ ਤੁਸੀਂ ਸਿੱਖਿਆ ਦੇ ਨਾਲ ਨਾਲ ਸਪੋਰਟਸ ਨਾਲ ਵੀ ਜੁੜੇ ਹੋਏ ਹੋ। ਫੁੱਟਬਾਲ ਦੀ ਟੀਮ ਦੇ ਮਤਲਬ ਫੁੱਟਬਾਲ ਵਰਗੇ ਖੇਡ ਦੇ ਤੁਸੀਂ ਕੋਚ ਖਵਾਈ ਜਾਂਦੇ ਹੋ 4-5 ਪਿੰਡਾਂ ਦੇ ਵਿੱਚ। ਫੁੱਟਬਾਲ ਨਾਲ ਤੁਹਾਡੀ ਰੁਚੀ ਕਿਵੇਂ ਹੋਈ, ਤੇ ਹੁਣ ਤੁਸੀਂ ਕਿੰਨੇ ਕੁ ਬੱਚੇ ਤੁਹਾਡੇ ਨਾਲ ਜੁੜੇ ਹੋਏ ਹੈ, ਤੇ ਕਿਸ ਤਰ੍ਹਾਂ ਉਹਨਾਂ ਨੂੰ ਟ੍ਰੇਨਿੰਗ ਤੁਸੀਂ ਦਿੰਦੇ ਹੋ? ਜੋ ਸ਼ੁਰੂ 'ਚ ਕਹਿੰਦੇ ਆ ਨਹੀਂ, ਸ਼ੁਰੂ 'ਚ ਪਾੜਨੇ 'ਤੇ ਪੈਰ ਦਾ ਪਤਾ ਲੱਗ ਜਾਂਦਾ ਆ। ਅਤੇ ਮੇਰੇ ਬ੍ਰਦਰ ਦੋਨੋਂ ਬ੍ਰਦਰ ਹੀ ਫੁੱਟਬਾਲ ਖੇਡਦੇ ਸੀ। ਇੱਕ ਤਾਂ ਗੌਰਮੈਂਟ ਕਾਲਜ ਗੰਗਾ ਨਗਰ ਦੇ ਕੈਪਟਨ ਵੀ ਰਹੇ ਆ। ਫਿਰ ਉਸ ਤੋਂ ਬਾਅਦ ਮੰਝਲੇ ਬ੍ਰਦਰ ਸੀ, ਉਹ ਕਰਨਪੁਰ ਸਕੂਲ ਦੇ ਕੈਪਟਨ ਰਹੇ ਆ। ਉਹਨਾਂ ਤੋਂ ਸਿੱਖੀ ਸਿੱਕੇ ਮੈਂ ਵੀ ਫੁੱਟਬਾਲ, ਕਬੱਡੀ, ਵਾਲੀਬਾਲ ਤਿੰਨੋਂ ਹੀ ਖੇਲਿਆ, ਲੇਕਿਨ ਫੁੱਟਬਾਲ ਮੇਰਾ ਮੇਨ ਗੇਮ ਸੀ। ਅਤੇ ਮੈਂ ਫੁੱਟਬਾਲ ਸ਼ੁਰੂ ਤੋਂ ਹੀ, ਜਨਮ ਤੋਂ ਹੀ ਫੁੱਟਬਾਲ ਖੇਡਦਾ ਆਇਆ ਹਾਂ। ਉਸ ਤੋਂ ਬਾਅਦ ਗੱਲ ਕਰੀਏ ਟੀਚਰਸ ਟੂਰਨਾਮੈਂਟ ਜਿਹੜੇ ਹੁੰਦੇ ਆ, ਉਹਨਾਂ 'ਚ ਵੀ ਮੈਂ ਫੁੱਟਬਾਲ ਹੀ ਖੇਲ ਕੇ ਆਇਆ। ਡੂੰਗਰਪੁਰ ਹੈ, ਬਾਂਸਵਾੜਾ ਹੈ, ਕੋਟਾ ਹੈ, ਅਜਮੇਰ ਹੈ, ਟੌਂਕ ਹੈ, ਬਿਆਵਰ ਹੈ, ਜਿੰਨੇ ਵੀ ਇੱਥੇ ਟੂਰਨਾਮੈਂਟ ਹੁੰਦੇ ਸੀ ਸਾਰੇ ਉੱਥੇ ਤਕਰੀਬਨ ਖੇਲੇ ਆ। ਇਸ ਤਰ੍ਹਾਂ ਕਰਦੇ ਹੀ ਫੁੱਟਬਾਲ ਦੀ ਬਹੁਤ ਸਾਰੀਆਂ ਬਰੀਕੀਆਂ ਮੈਨੂੰ ਪਤਾ ਲੱਗ ਗਈਆਂ, ਕਿਉਂਕਿ ਮੈਂ ਸ਼ੁਰੂ 'ਚ ਫੁੱਟਬਾਲ ਹੀ ਖੇਲਿਆ। ਫਿਰ ਆਸ-ਪਾਸ ਦੇ ਪਿੰਡਾਂ ਦੇ ਲੋਕ ਜਿੰਨੇ ਵੀ ਟੂਰਨਾਮੈਂਟ ਹੁੰਦੇ ਸੀ ਉਹ ਮੈਨੂੰ ਲੈ ਜਾਂਦੇ ਸੀ। ਈਵਨ ਦੈਨ ਮੈਂ ਫਿਰੋਜ਼ਪੁਰ ਤੱਕ, ਪੰਜਾਬ ਤੱਕ, ਲੁਧਿਆਣੇ ਤੱਕ ਵੀ ਅਬੋਹਰ ਦੀ ਟੀਮ ਦੇ ਵਿੱਚ ਵੀ ਖੇਲਿਆ ਜਾ ਕੇ। ਰਾਜਸਥਾਨ ਦੇ ਵਿੱਚ ਵੀ ਜਤਨੌਰ ਆ, ਬਾਦਰਾ ਆ, ਬੀਕਾਨੇਰ ਤੱਕ, ਬੱਚੀ ਕਲੱਬ ਬੀਕਾਨੇਰ ਟੂਰਨਾਮੈਂਟ ਕਰਾਉਂਦਾ ਸੀ, ਉੱਥੇ ਤੱਕ ਵੀ ਗਏ ਹਾਂ ਅਸੀਂ। ਮੈਂ ਬੀਐਡ ਜਦੋਂ ਬੀਕਾਨੇਰ ਕੀਤੀ ਸੀ, ਉਦੋਂ ਵੀ ਬੀਕਾਨੇਰ ਦੇ ਸ਼ਕਤੀ ਕਲੱਬ ਦਾ ਮੈਂਬਰ ਬਣ ਗਿਆ ਸੀ ਉੱਥੇ ਜਾ ਕੇ। ਤਾਂ ਫਿਰ ਉਹਨਾਂ ਦੇ ਨਾਲ ਵੀ ਮੈਂ ਇੱਕ ਟੂਰਨਾਮੈਂਟ ਉੱਥੇ ਖੇਲਿਆ, ਤਾਂ ਹੌਲੀ ਹੌਲੀ ਸਾਰੀ ਰੁਚੀ ਬਣਦੀ ਰਹੀ। ਲੇਕਿਨ ਫਿਰ ਉਸ ਤੋਂ ਬਾਅਦ ਮੈਂ ਇਸ ਚੀਜ਼ ਨੂੰ ਜਾਰੀ ਰੱਖਿਆ। ਹੁਣ ਆਸ-ਪਾਸ ਦੇ ਪਿੰਡਾਂ 'ਚ ਜਿੰਨੇ ਵੀ ਫੁੱਟਬਾਲ ਦੇ ਟੂਰਨਾਮੈਂਟ ਹੋਏ, ਚਾਹੇ ਮੋਟਾ ਸਰਖੂਨੀ ਹੋਣ, ਚਾਹੇ ਸਾਂਵਤਸਰ ਹੋਵੇ, ਚਾਹੇ ਫਕੀਰਵਾਲੀ ਹੋਵੇ, 2W ਗੁਰੂਸਰ ਹੋਵੇ, ਜਾਂ ਮਲਕਾਣਾ ਖੁਰਦ ਹੋਵੇ, ਜਿੰਨੇ ਵੀ ਆਲੇ ਦੁਆਲੇ ਪਿੰਡ, ਰੜੇਵਾਲਾ ਪਿੰਡ, ਐਰਾ ਵਗੈਰਾ ਜਿੰਨੇ ਵੀ ਪਿੰਡਾਂ 'ਚ ਟੂਰਨਾਮੈਂਟ ਹੁੰਦੇ ਆ, ਉਹ ਤਕਰੀਬਨ ਮੈਨੂੰ ਰੈਫਰੀਸ਼ਿਪ 'ਚ ਸੱਦ ਲੈਂਦੇ ਆ। ਅਤੇ ਹੁਣ ਮੈਂ ਰੈਫਰੀਸ਼ਿਪ ਵੀ ਕਰਦਾ ਹਾਂ, ਅਤੇ ਨਾਲ ਆਪਣੇ ਪਿੰਡ ਦੇ ਜਿੰਨੇ ਵੀ ਫੁੱਟਬਾਲ ਦੇ ਆ ਬੱਚੇ ਹੈਗੇ, ਉਹ ਸਾਰਿਆਂ ਨੂੰ ਮੈਂ ਗਰਾਊਂਡ 'ਚ ਇਕੱਠੇ ਕਰਦਾ ਹਾਂ। ਪਿੰਡ ਦੇ ਵਿੱਚ ਇਕੱਠੇ ਕਰਨ ਦਾ ਮੇਰਾ ਮਤਲਬ ਇਹ ਹੁੰਦਾ ਕਿ ਮੈਂ ਸਾਰੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਾਂ। ਅਤੇ ਤਕਰੀਬਨ ਹੁਣ ਜਿੰਨੇ ਵੀ ਨਈ ਸਾਡੇ ਬੱਚੇ ਆ ਰਹੇ ਆ, ਕੋਈ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰਦਾ। ਅਤੇ ਮੇਨ ਚੀਜ਼ ਇਹੀ ਆ, ਅਤੇ ਉਹ ਸਾਰੇ ਬੱਚੇ ਰਿਗਾਰਡ ਵੀ ਕਰਦੇ ਆ। ਉਹ ਇਸ ਕਰਕੇ ਉਹ ਸਾਰੇ ਜੁੜੇ ਹੋ ਆ। ਫਿਰ ਉਹਨਾਂ ਦੇ ਨਾਲ ਮੈਂ ਜਿੱਥੇ ਟੂਰਨਾਮੈਂਟ ਹੁੰਦੇ ਆ ਉੱਥੇ ਤਕਰੀਬਨ ਜਾਂਦਾ ਵੀ ਹਾਂ, ਅਤੇ ਉਹਨਾਂ ਨੂੰ ਗਾਈਡ ਵੀ ਕਰਦਾ, ਇੱਦਾਂ ਨਹੀਂ ਇੱਦਾਂ ਖੇਡਣਾ, ਇੱਦਾਂ ਨਹੀਂ ਇੱਦਾਂ ਖੇਡਣਾ। ਅਤੇ ਉਹ ਸਾਰੇ ਬੜੀ ਇੱਜ਼ਤ ਮਾਨ ਦਿੰਦੇ ਆ, ਰਿਸਪੈਕਟ ਕਰਦੇ ਆ। ਇੱਕ ਤਰ੍ਹਾਂ ਦਾ ਮੈਂ ਫੁੱਟਬਾਲ ਨੂੰ ਆਪਣੇ ਪਿੰਡਾਂ ਦੇ ਵਿੱਚ ਜੀਵਿਤ ਰੱਖਣ ਨੂੰ ਕਾਮਯਾਬ ਹੋ ਗਿਆ ਕਾਫੀ ਹੱਦ ਤੱਕ। ਨਹੀਂ, ਇਹ ਤਾਂ ਦੇਖੋ ਜੀ, ਅਸੀਂ ਤੁਹਾਡੇ ਤੋਂ ਪੁੱਛਣਾ ਵੀ ਸੀ ਅਗਲਾ ਕੁਐਸਚਨ, ਕਿਉਂਕਿ ਗੱਲ ਕੀਤੀ ਜਾਵੇ ਨਾ ਵੀ ਆਪਣੇ ਅੱਜ ਕੱਲ੍ਹ ਯੂਥ ਦੀ ਗੱਲ ਕਰੀਏ, ਯੂਥ ਗੁਰਮਤ ਤੋਂ ਅਤੇ ਸਪੋਰਟਸ ਤੋਂ ਦੋਵਾਂ ਤੋਂ ਦੂਰ ਜਾਈ ਜਾਂਦਾ। ਇਹ ਕੁਛ ਤਾਂ ਚਾਹੇ ਆਪਣੇ ਮੋਬਾਈਲ ਫੋਨਾਂ ਦਾ ਜ਼ਿਆਦਾ ਪ੍ਰਚਲਨ ਲਾ ਲਈਏ, ਗੀਤ ਸੰਗੀਤ ਵੀ ਉਹ ਜਿਹਾ ਹੋ ਗਿਆ, ਕੁਛ ਪੰਜਾਬ ਦਾ ਟੱਚ। ਮੈਂ ਪੰਜਾਬ ਨੂੰ ਮਾੜਾ ਸਟੇਟ ਨਹੀਂ ਆਂਦਾ, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਪੰਜਾਬ ਦੇ ਵਿੱਚ ਕਿਸੇ ਨੇ ਪੰਜਾਬ ਦੇ ਵਿੱਚ ਸਮੇਂ-ਸਮੇਂ 'ਤੇ ਬਹੁਤ ਹੀ ਹੀਰੇ ਵਰਗੇ ਪਲੇਅਰ ਕੱਢੇ, ਪਰ ਪਿਛਲੇ 20 ਸਾਲਾਂ ਦੇ ਵਿੱਚ ਪੰਜਾਬ 'ਚ ਨਸ਼ਾ ਬਹੁਤ ਜ਼ਿਆਦਾ ਹੋ ਗਿਆ। ਉਹਦਾ ਪ੍ਰਭਾਵ ਆਪਣੇ ਪਿੰਡਾਂ 'ਤੇ ਵੀ ਵੇਖਣ ਨੂੰ ਮਿਲਦਾ, ਕਿਉਂਕਿ ਆਪਣਾ ਪੰਜਾਬ 'ਚ ਰਿਸ਼ਤੇਦਾਰੀ ਹੈ, ਸੋ ਵਾਕਫਾਤ ਹੈ ਇੱਕ ਦੂਜੇ ਨਾਲ। ਅਤੇ ਉਹਦੇ ਕਰਕੇ ਨਾ ਬੱਚੇ ਥੋੜ੍ਹੇ ਗੁਰਮਤ ਤੋਂ, ਗੁਰਦੁਆਰੇ ਵੱਲ ਵੀ, ਅਤੇ ਸਪੋਰਟਸ ਤੋਂ ਹਟ ਕੇ ਅਤੇ ਬਸ ਹੋਰਾਂ ਕੰਮਾਂ ਨੂੰ ਹੋ ਗਏ। ਇਹ ਤਾਂ ਬੜੀ ਸ਼ਾਨਦਾਰ ਗੱਲ ਹੈ ਵੀ ਜਿਹੜਾ ਤੁਸੀਂ ਆਪਦੇ ਪਿੰਡ ਦੇ ਨਾਲ ਨਾਲ ਆਸੇ-ਪਾਸੇ ਦੇ ਪਿੰਡਾਂ ਦੇ ਬੱਚਿਆਂ ਨੂੰ ਵੀ ਸਪੋਰਟਸ ਨਾਲ ਵੀ ਜੋੜੀ ਜਾਂਦੇ ਹੋ, ਉਹਨਾਂ ਨੂੰ ਗੁਰਮਤ ਨਾਲ ਵੀ ਜੋੜੀ ਜਾਂਦੇ ਹੋ, ਅਤੇ ਬੜੀ ਹੀ ਚੰਗੀ ਸਿੱਖਿਆ ਦੇਈ ਜਾਂਦੇ ਹੋ, ਜਿਹਦੇ ਨਾਲ ਉਹਨਾਂ ਦਾ ਭਵਿੱਖ ਸੁਧਰੇ, ਉਹਨਾਂ ਦਾ ਜਿਹੜਾ ਮਤਲਬ ਚੰਗੀ ਵਿੱਦਿਆ, ਚੰਗੀ ਸਿੱਖਿਆ ਪ੍ਰਾਪਤ ਕਰਕੇ ਆਪਦੇ ਮਾਂ ਪਿਓ ਦਾ, ਆਪਦੇ ਨਗਰ ਦਾ ਨਾਂ ਰੋਸ਼ਨ ਕਰਨ। ਅਤੇ ਹੁਣ ਤੁਸੀਂ ਆਪਣੇ ਪਿੰਡਾਂ 'ਚ ਵੀ ਇਸ ਤਰ੍ਹਾਂ ਨਸ਼ੇ ਦਾ ਪ੍ਰਭਾਵ ਥੋੜ੍ਹਾ ਜਿਹਾ ਵੇਖਣ ਨੂੰ ਮਿਲਦਾ? ਨਹੀਂ, ਸਾਡੇ ਪਿੰਡ ਦੇ ਵਿੱਚ ਨਸ਼ੇ ਦਾ ਕੋਈ ਪ੍ਰਭਾਵ ਹੈ ਨਹੀਂ। ਹਜੇ ਤੱਕ ਅਸੀਂ ਸਾਰੇ ਬੱਚਿਆਂ ਨੂੰ ਬਚਾ ਕੇ ਰੱਖਦਾ ਹੈ। ਕੋਈ ਇਹੋ ਜਿਹੇ ਕਿਸੇ ਦੇ ਘਰ ਦੇ ਵਿੱਚ ਵੀ ਇਹੋ ਜਿਹਾ ਨਸ਼ਾ ਨਹੀਂ। ਬੱਚੇ ਜਿਹੜੀ ਆਉਣ ਵਾਲੀ ਪੀੜ੍ਹੀ ਆ, ਯੰਗ ਬਲੱਡ ਆ, ਜਿਹੜੇ ਹੁਣ ਤਕਰੀਬਨ 14, 15, 16 ਸਾਲ ਦੇ, ਕੋਈ ਨਸ਼ੇ ਨਾਲ ਨਹੀਂ ਜੁੜਿਆ। ਪਤਾ ਲੱਗ ਜਾਂਦਾ ਤਾਂ ਬਕਾਇਦਾ ਉਹਨੂੰ ਡਾਂਟੀ ਦਾ ਵੀ, ਲੇਕਿਨ ਇਹੋ ਜਿਹਾ ਨਹੀਂ। ਅੱਜ ਤੱਕ ਮੇਰੇ ਸਾਹਮਣੇ ਤਾਂ ਇਹੋ ਜਿਹਾ ਕੋਈ ਕੇਸ ਨਹੀਂ ਆਇਆ ਜਿਹੜਾ ਬੱਚਾ ਕੋਈ ਨਸ਼ੇ ਨਾਲ ਜੁੜਿਆ ਹੋਵੇ ਜਾਂ ਕੋਈ ਨਸ਼ਾ ਕਰਦਾ ਹੋਵੇ। ਉਹਨਾਂ ਨੂੰ ਸਖਤ ਹਦਾਇਤ ਦਿੱਤੀ ਹੋਈ ਹੈ ਕਿ ਤੁਸੀਂ ਇਸ ਪ੍ਰਕਾਰ ਦਾ ਕੋਈ ਕੰਮ ਨਹੀਂ ਕਰਨਾ। ਸਾਰਿਆਂ ਨੂੰ ਤਕਰੀਬਨ ਉਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਸਵੇਰੇ ਉੱਠ ਕੇ ਤੁਸੀਂ ਸਵੇਰੇ ਉੱਠਦੇ ਆ ਤਾਂ ਥੋੜ੍ਹੇ ਜਿਹੇ ਗੱਲ ਕਰੀਏ ਸਰੀਰਕ ਸਿਹਤ ਦੀ, ਤਾਂ ਉਹ ਚਣੇ, ਕਾਲੇ ਚਣੇ ਜਿਹੜੇ ਬਰਾਨੀ ਚਣੇ ਆ, ਉਹ ਭੇ ਕੇ ਸਵੇਰੇ ਉੱਠ ਕੇ ਤੁਸੀਂ ਖਾਣੇ ਆ। ਉਸ ਤੋਂ ਬਾਅਦ ਦੁੱਧ ਦਾ ਗਲਾਸ ਪੀਣਾ ਆ। ਜੇ ਤੁਹਾਡੇ ਕੋਲ ਬਦਾਮ
ਨਹੀਂ ਜੁੜਦੇ ਤਾਂ 5 ਬਦਾਮ ਖਾਣੇ ਆ। ਕਿਉਂਕਿ ਮੈਂ ਜਦੋਂ ਵੀ ਛੋਟਾ ਸੀ ਤਾਂ ਮਾਂ ਮੇਰੀ ਨੇ ਬਦਾਮ ਸੁੱਤੇ ਪਏ ਦੇ ਮੂੰਹ 'ਚ 5 ਮੱਖਣ ਲਾ ਕੇ ਮੇਰੇ ਮੂੰਹ 'ਚ ਪਾਉਂਦੀ ਸੀ ਹਮੇਸ਼ਾ ਹੀ, ਅਤੇ ਉਸ ਕਰਕੇ ਮੇਰੀ ਸਿਹਤ ਵੀ ਠੀਕ ਰਹੀ, ਨਸ਼ਿਆਂ ਤੋਂ ਦੂਰ ਰਿਹਾ ਬਿਲਕੁਲ ਵੀ ਮੈਂ। ਅਤੇ ਇਸ ਕਰਕੇ ਮੈਂ ਹੁਣ ਬੱਚਿਆਂ ਨੂੰ ਵੀ ਗਾਂ ਇਹੀ ਸਿੱਖਿਆ ਦਿੰਦਾ ਹੈ ਕਿ ਤੁਸੀਂ ਥੋੜ੍ਹਾ ਜਿਹਾ ਸਿਹਤ ਦਾ ਵੀ ਧਿਆਨ ਰੱਖਣਾ ਹੈ। ਕਿਸੇ ਦੇ ਘਰ 'ਚ ਦੁੱਧ ਹੁੰਦਾ ਆ, ਕਿਸੇ ਦੇ ਘਰ 'ਚ ਦੁੱਧ ਨਹੀਂ ਹੁੰਦਾ, ਲੇਕਿਨ ਚਣੇ ਤਾਂ ਤਕਰੀਬਨ ਸਾਰੇ ਘਰ 'ਚ ਹੁੰਦੇ ਆ। ਔਰ ਅੰਕੁਰਿਤ ਅਨਾਜ ਉਹ ਵੀ ਸਰੀਰ ਵਾਸਤੇ ਬਹੁਤ ਵੱਡਾ ਇੱਕ ਨਿਆਮਤ ਆ। ਅਗਰ ਆਪਾਂ ਉਹ ਕਰਾਂਗੇ ਤੇ ਤੰਦਰੁਸਤ ਵੀ ਰਵਾਂਗੇ ਔਰ ਸਿਹਤ ਵੀ ਠੀਕ ਰਹੇਗੀ। ਔਰ ਉਸ ਤਰ੍ਹਾਂ ਦਾ, ਕਿਉਂਕਿ ਇੱਕ ਕਹਾਵਤ ਬਣੀ ਹੋਈ ਕਿ ਘੋੜੇ ਜਿਹੜੇ ਆ ਉਹਨਾਂ ਨੂੰ ਚਣੇ ਹੀ ਖਿਲਾਏ ਜਾਂਦੇ ਆ, ਅਤੇ ਘੋੜਾ ਐਡਾ ਸ਼ਕਤੀਸ਼ਾਲੀ ਬਣ ਜਾਂਦਾ, ਤਾਂ ਫਿਰ ਆਪਾਂ ਕਿਉਂ ਨਹੀਂ ਇਹ ਬਣ ਸਕਦੇ। ਇਸ ਕਰਕੇ ਉਹਨਾਂ ਨੂੰ ਇਸ ਵਾਸਤੇ ਜੋੜਿਆ ਹੈ। ਔਰ ਤਕਰੀਬਨ ਸਾਰੇ ਬੱਚੇ ਜਿੰਨੇ ਵੀ ਉਹ ਸਾਰੇ ਹੁਣ ਰਾਤ ਨੂੰ 5 ਥੋੜ੍ਹੇ ਜਿਹੇ 20-25 ਚ ਭੇ ਲੈਂਦੇ ਆ, ਉਸ ਤੋਂ ਬਾਅਦ ਸਵੇਰੇ ਉੱਠ ਕੇ ਚੱਬ ਲੈਂਦੇ ਆ, ਤਾਂ ਕਾਫੀ ਠੀਕ ਹੋਏ ਆ ਸਿਹਤ ਉਹਨਾਂ ਦੀ ਜੀ। ਠੀਕ ਹੈ ਜੀ। ਅਤੇ ਹੁਣ ਗੱਲ ਕਰੀ ਜਾਵੇ ਆਪਣੇ ਵਾਪਸੀ ਗੁਰੂ ਘਰ 'ਤੇ ਆਈਏ, ਅਤੇ ਗੁਰੂ ਘਰ ਦੇ ਵਿੱਚ ਜਿਵੇਂ ਕਈ ਪਿੰਡਾਂ 'ਚ ਅਸੀਂ ਵੇਖਦੇ ਹਾਂ ਵੀ ਹਫ਼ਤੇ ਬਾਅਦ ਜਾਂ 15 ਦਿਨਾਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਭੈਣਾਂ ਬੀਬੀਆਂ ਵੱਲੋਂ ਕਰਿਆ ਜਾਂਦਾ ਹੈ, ਜਾਂ ਗ੍ਰੰਥੀ ਸਾਹਿਬਾਨ ਵੱਲੋਂ ਕਰਿਆ ਜਾਂਦਾ ਹੈ, ਅਤੇ ਸੰਗਰਾਂਦ 'ਤੇ ਹੁੰਦਾ। ਇਸ ਤਰ੍ਹਾਂ ਦਾ ਉਪਰਾਲਾ ਵੀ ਆਪਣੇ ਗੁਰੂ ਘਰ ਦੇ ਵਿੱਚ ਕਦੀ ਹੋਇਆ ਜੀ? ਹਾਂਜੀ, ਇੱਦਾਂ ਦਾ ਉਪਰਾਲਾ ਵੀ ਹੁੰਦਾ ਆ ਸਾਡੇ ਗੁਰੂ ਘਰ। ਤਕਰੀਬਨ ਮੈਂ ਇਹ ਦੇਖਿਆ ਆ ਕਿ ਸੁਖਮਨੀ ਸਾਹਿਬ ਦਾ ਪਹਿਲਾਂ ਤਾਂ ਸਾਰੇ ਜਿੰਨੇ ਵੀ ਸਾਡੇ ਪਿੰਡ ਦੇ ਘਰ ਸਿੱਖਾਂ ਦੇ ਸੀ ਉੱਥੇ ਹੀ ਹੁੰਦਾ, ਲੇਕਿਨ 2-3 ਸਾਲਾਂ ਤੋਂ ਤਾਂ ਇੰਨਾ ਵਧੀਆ ਪ੍ਰੋਗਰਾਮ ਸਾਡਾ ਰਿਹਾ ਕਿ ਹੁਣ ਸਾਰੇ ਜਿੰਨੀ ਦੂਜੀ ਅਲੱਗ ਕਮਿਊਨਿਟੀ ਵੀ ਸੁਖਮਨੀ ਸਾਹਿਬ ਦਾ ਘਰੇ ਜਾ ਕੇ ਪਾਠ ਵੀ ਕਰਾਉਂਦੇ ਆ, ਸਹਿਜ ਪਾਠ ਵੀ ਕਰਾਉਂਦੇ ਆ। ਉਹ ਗੁਰਦੁਆਰੇ ਨਾਲ ਵੀ ਜੁੜੇ ਹੋਏ ਆ। ਗੁਰਦੁਆਰਾ ਸਾਹਿਬ ਨਾ ਕੋਈ ਭੇਦਭਾਵ ਨਹੀਂ ਕਰਦੇ, ਚਾਹੇ ਅਖੰਡ ਪਾਠ ਹੋਵੇ ਚਾਹੇ ਸਹਿਜ ਪਾਠ ਹੋਵੇ, ਅਸੀਂ ਕਰਵਾਉਂਦੇ ਹਾਂ ਤਾਂ ਜ਼ਰੂਰ ਉਹ ਗੁਰਦੁਆਰਾ ਸਾਹਿਬ ਪਹੁੰਚਦੇ ਆ ਬਿਨਾਂ ਕਿਸੇ ਭੇਦਭਾਵ। ਅਤੇ ਇਹੋ ਜਿਹਾ ਕੋਈ ਪਿੰਡ 'ਚ ਇਹੋ ਜਿਹਾ ਕੋਈ ਹੈ ਨਹੀਂ ਕਿ ਜਿੱਥੇ ਅਸੀਂ ਅਲੱਗ-ਅਲੱਗ ਧਰਮਾਂ ਦੀ ਗੱਲ ਕਰੀਏ। ਸਾਰੇ ਚਾਹੇ ਉਹਨਾਂ ਦੇ ਧਰਮ ਆ ਚਾਹੇ ਸਾਡੇ ਧਰਮ ਆ, ਧਰਮ ਇੱਕੋ ਹੀ ਆ, ਗੁਰੂ ਇੱਕ ਆ, ਕਿਉਂਕਿ ਸਾਰੇ ਇੱਕ ਓਂਕਾਰ ਨਾਲ ਜੁੜੇ ਹੋ ਸਾਰੇ। ਸਹੀ ਗੱਲ ਹੈ। ਜਿਵੇਂ ਗੁਰੂ ਸਾਹਿਬ ਨੇ ਆਖਿਆ ਨਾ ਵੀ ਮਾਨਸ ਕੀ ਸਭ ਜਾਤ ਇੱਕ ਪਹਿਚਾਨ ਬੋ, ਹਿੰਦੂ ਤੁਰਕ ਕੋ ਰਾਵ ਜੀ ਇਮਾਮ ਸਾਫੀ। ਗੁਰੂਆਂ ਦਾ ਕਹਿਣਾ ਹੈ ਵੀ ਚਾਹੇ ਹਿੰਦੂ ਆ, ਕਿਉਂਕਿ ਉਹਨਾਂ ਟਾਈਮ 'ਚ ਹਿੰਦੂ ਚੱਲਦੇ ਸੀ, ਤੁਰਕ ਚੱਲਦੇ ਸੀ, ਸਾਰੇ ਇੱਕੋ ਆ। ਤਾਈਓ ਪਹਿਲਾਂ ਗੁਰੂ ਘਰਾਂ ਦੇ ਵਿੱਚ ਚਾਰੇ ਦਿਸ਼ਾਵਾਂ 'ਚ ਦਰਵਾਜ਼ੇ ਬਣਾਏ ਵੀ ਕੋਈ ਵੀ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਆ ਕੇ ਆਵੇ, ਮੱਥਾ ਟੇਕੇ, ਗੁਰਬਾਣੀ ਪੜ੍ਹੇ, ਸਭ ਨੂੰ ਛੂਟ ਹੈ। ਗੁਰੂ ਅਮਰਦਾਸ ਜੀ ਨੇ ਪੰਗਤ ਪ੍ਰਥਾ ਚਲਾਈ, ਚਾਹੇ ਕੋਈ ਰਾਜਾ ਹੈ ਕੋਈ ਰੰਕ ਹੈ, ਸਾਰੇ ਬਰਾਬਰ ਹੋ ਕੇ ਇੱਕੇ ਪੰਗਤ 'ਚ ਬਹਿ ਕੇ ਲੰਗਰ ਚਲਾਉਣ। ਆਪਣੇ ਦਸੇ ਗੁਰੂਆਂ ਨੇ ਆਪਦੇ ਟਾਈਮਾਂ 'ਚ ਇੱਕ ਵੱਖ-ਵੱਖ ਰੀਤ ਚਲਾ ਕੇ ਸਾਰੇ ਧਰਮਾਂ ਨੂੰ, ਸਾਰੇ ਜਿਹੜੇ ਪੰਥ ਹੈ ਸਾਰਿਆਂ ਨੂੰ ਇਕੱਠਾ ਜੋੜਨ ਦਾ ਪ੍ਰਯਾਸ ਕਰਿਆ। ਅਤੇ ਹੁਣ ਆਪਣੇ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਵੇਖੀਏ ਤਾਂ ਹੜ੍ਹ ਆਇਆ ਹੋਇਆ, ਅਤੇ ਉੱਥੇ ਜਿੰਨੇ ਵੀ ਸਿੱਖ ਆਪਣੇ ਜਥੇਬੰਦੀਆਂ ਸਾਰੀਆਂ ਉੱਥੇ ਪਹੁੰਚੀਆਂ, ਸੇਵਾ ਕਰੀ ਜਾਂਦੀਆਂ। ਵੱਖ-ਵੱਖ ਸਟੇਟਾਂ ਤੋਂ ਉੱਥੇ ਪਹੁੰਚੇ ਹੋਏ ਸੇਵਾ ਕਰਨ, ਕਿਉਂਕਿ ਹੜ੍ਹ ਦੇ ਵਿੱਚ ਲਗਭਗ ਡੁੱਬ ਚੁੱਕਿਆ ਸਭ ਪੰਜਾਬ ਦੇ ਵਿੱਚ ਕਈ ਪ੍ਰਾਂਤ ਐਸੇ, ਫਿਰੋਜ਼ਪੁਰ ਹੋ ਗਿਆ ਜਾਂ ਉੱਧਰਲਾ ਸੂਬਾ ਚੰਡੀਗੜ੍ਹ ਮੋਹਾਲੀ। ਅਸਤਾਪ ਆਪਦੇ ਚੈਨਲ ਰਾਹੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਉਹਨਾਂ ਦੀ ਸੁੱਖ ਸ਼ਾਂਤੀ ਵਾਸਤੇ ਛੇਤੀ ਤੋਂ ਛੇਤੀ ਜਿਹੜਾ ਹੜ੍ਹ ਦਾ ਜਲ ਸਤਰ ਹੈ ਉਹ ਛੇਤੀ ਥੱਲੇ ਉਤਰੇ। ਅਤੇ ਹੁਣ ਤੁਸੀਂ ਸਾਡੇ ਚੈਨਲ ਦੇ ਮਾਧਿਅਮ 'ਚ ਤੁਹਾਨੂੰ ਤੁਹਾਡੇ ਪਿੰਡ ਦੀ ਸਾਧ ਸੰਗਤ ਜਾਂ ਆਸੇ ਪਾਸੇ ਦੇ ਇਲਾਕੇ ਦੀ ਸਾਧ ਸੰਗਤ ਵੇਖੀ ਦੀ ਹੈ, ਕੀ ਸੰਦੇਸ਼ ਦੇਣਾ ਚਾਹੋਗੇ? ਬੱਚਿਆਂ ਅੱਗੇ ਕੀ ਅਪੀਲ ਕਰਨਾ ਚਾਹੋਗੇ? ਗੁਰਸਿੱਖ ਪਰਿਵਾਰਾਂ ਅੱਗੇ ਕੀ ਅਪੀਲ ਕਰਨਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੂੰਗਾ, ਗੁਰੂ ਨਾਨਕ ਦੇਵ ਜੀ ਨੇ ਬਹੁਤ ਚੰਗੀ ਪ੍ਰਾਕੀਰਤ ਕਰੋ, ਵੰਡ ਛਕੋ, ਵੰਡ ਕੇ ਖਾਓ, ਇਹ ਉਹਨਾਂ ਨੇ ਸੰਦੇਸ਼ ਦਿੱਤਾ ਸੀ। ਉਹੀ ਸੰਦੇਸ਼ ਮੈਂ ਦੇਣਾ ਚਾਹੁੰਦਾ ਹਾਂ। ਕਿਰਤ ਕਰੋ, ਕਿਰਤ ਦਾ ਮਤਲਬ ਹੈ ਮਿਹਨਤ ਕਰੋ। ਮਿਹਨਤ ਦੇ ਵਿੱਚ ਬਹੁਤ ਪਿਆਰਾ ਫਲ ਮਿਲਦਾ ਹੈ, ਮਿੱਠਾ ਫਲ ਮਿਲਦਾ ਆ। ਕੰਮ ਕਰੋ, ਕੋਈ ਕੰਮ ਕਰੋ, ਕੰਮ ਕਰਦੇ ਕਰਦੇ ਵੀ ਤੁਸੀਂ ਵਾਹਿਗੁਰੂ 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 ਰਾਮ 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 ਕਰ ਸਕਦੇ ਹੋ, ਸਾਰਾ ਕੁਝ ਕਰ ਸਕਦੇ ਹੋ। ਮੈਂ ਆਪਣੀ ਲਾਈਫ ਦੇ ਬਾਰੇ ਦੱਸਦਾ। ਜਦੋਂ ਮੈਂ ਗੁਰੂ ਘਰ ਨਾਲ ਜੁੜਿਆ, ਜਦ ਦਾ ਜੁੜਿਆ, ਮੈਨੂੰ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਆ, ਕਿਉਂਕਿ ਸਭ ਕੁਝ ਉੱਥੋਂ ਹੀ ਮਿਲਦਾ ਹੈ, ਉੱਥੋਂ ਹੀ ਮਿਲਦਾ ਹੈ। ਅਤੇ ਇਹ ਉਦੋਂ ਹੀ ਪ੍ਰਥਾ ਚੱਲੀ ਆ ਰਹੀ ਹੈ ਕਿ ਅੱਛਾ ਕਰੋ ਅੱਛਾ ਪਾਓ। ਅਤੇ ਇਸ ਕਰਕੇ ਮੈਂ ਅੱਗੇ ਵੀ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਨਸ਼ਿਆਂ ਨੂੰ ਤਿਆਗੋ। ਨਸ਼ੇ ਦੇ ਵਿੱਚ ਕੁਛ ਨਹੀਂ ਰੱਖਿਆ, ਸਰੀਰ ਦਾ ਤਿਆਗ ਆ। ਤੁਸੀਂ ਸਤਸੰਗ ਨਾਲ ਜੁੜੋ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਬਿਨ ਭਾਗਾਂ ਸਤਸੰਗ ਨਾ ਲੱਭੇ। ਜਿੱਥੇ ਸਤਸੰਗ ਹੋਊਗਾ ਗੁਰੂ ਆਪ ਬਿਰਾਜਣਗੇ, ਜਿੱਥੇ ਗੁਰੂ ਆ ਉੱਥੇ ਸਭ ਕੁਛ ਆ। ਅਤੇ ਇਸ ਕਰਕੇ ਮੈਂ ਸਾਰਿਆਂ ਨੂੰ ਇਸ ਚੈਨਲ ਦੇ ਮਾਧਿਅਮ ਕਹਿਣਾ ਚਾਹੁੰਦਾ ਕਿ ਤੁਸੀਂ ਸਾਰੇ ਹੀ ਪਰਉਪਕਾਰੀ ਬਣੋ, ਗਰੀਬ ਦੀ ਮਦਦ ਕਰੋ, ਗਰੀਬ 'ਤੇ ਦਇਆ ਕਰੋ, ਕਿਰਤ ਕਰੋ। ਕਿਰਤ ਕਰਨਾ ਕੋਈ ਗੁਨਾਹ ਨਹੀਂ, ਕਿਰਤ ਕਰੋ। ਲੇਕਿਨ ਸਭ ਤੋਂ ਪਹਿਲਾਂ ਇਹ ਹੈ ਕਿ ਗੁਰੂ ਘਰ ਵਾਸਤੇ ਤੁਸੀਂ ਆਪਣਾ ਦਸਵੰਧ ਜ਼ਰੂਰ ਕੱਢੋ। ਚਾਹੇ ਤੁਸੀਂ ਕਿਸੇ ਵੀ ਧਰਮ ਦੇ ਆ, ਦਸਵੰਧ ਕੱਢ ਕੇ ਤੁਸੀਂ ਆਪਣੇ ਧਰਮ ਨੂੰ ਮੰਨੋ, ਸਾਰੇ ਆਪਣੇ ਧਰਮ ਨੂੰ ਮੰਨੋ, ਦਸਵੰਧ ਆਪਣੇ ਆਪਣੇ ਕਿਤੇ ਕੰਮ ਤੇ ਲਾਓ, ਉਸ 'ਚ ਫਾਇਦਾ ਹੋਊਗਾ, ਬਹੁਤ ਫਾਇਦਾ ਹੋਊਗਾ। ਮੈਂ ਇਸ ਚੀਜ਼ ਨੂੰ ਬੜੇ ਫ਼ਖਰ ਨਾਲ ਕਹਿੰਦਾ ਹੈ ਕਿ ਮੈਂ ਜਦ ਤੋਂ ਗੁਰੂ ਘਰ ਦੇ ਵਿੱਚ ਸੇਵਾ ਕਰਨ ਲੱਗਾ,
ਉਸ ਤੋਂ ਉਪਰੰਤ ਜਦੋਂ ਵੀ ਇੱਥੇ ਕੋਈ ਸਮੱਸਿਆ ਆਈ ਨਹੀਂ, ਉਹ ਤੋਂ ਲੈ ਕੇ ਕੋਈ ਗੜਾ ਨਹੀਂ ਇੱਥੇ ਪਿਆ, ਕੋਈ ਓਲਾਵ੍ਰਿਸ਼ਟੀ ਨਹੀਂ ਹੋਈ, ਨਾ ਕੋਈ ਫਲੱਡ ਆਇਆ, ਭੂਕੰਪ ਵੀ ਨਹੀਂ, ਭੂਕੰਪ ਆਇਆ ਹੈ ਲੇਕਿਨ ਕੋਈ ਨੁਕਸਾਨ ਨਹੀਂ ਹੋਇਆ, ਤੇਜ਼ ਹਵਾ ਵੀ ਚੱਲੀ ਤਾਂ ਵੀ ਕੋਈ ਨੁਕਸਾਨ ਨਹੀਂ ਹੋਇਆ। ਤੇ ਬੜੀ ਉਮੀਦ ਕਰਕੇ ਅਸੀਂ ਇਹ ਕਹਿੰਦੇ, ਮੈਂ ਕਰਦਾ ਕਿ ਸਾਰੇ ਅਗਰ ਇੱਦਾਂ ਕਰਨ ਤਾਂ ਆਪਾਂ ਸਾਰੇ ਸੁਖੀ ਰਵਾਂਗੇ, ਤੰਦਰੁਸਤ ਰਵਾਂਗੇ। ਤੇ ਬੱਚਿਆਂ ਨੂੰ ਕੀ, ਕਿਉਂਕਿ ਜਿਹੜੇ ਬੱਚੇ ਹੈ ਉਹ ਆਪਣੇ ਦੇਸ਼ ਦਾ ਭਵਿੱਖ ਹੈ, ਆਪਣੇ ਸਮਾਜ ਦਾ ਭਵਿੱਖ ਹੈ, ਤੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਬੱਚਿਆਂ ਨੂੰ ਇਹੀ ਬੇਨਤੀ ਹੈ ਕਿ ਨਸ਼ਿਆਂ ਤੋਂ ਦੂਰ ਰਹਿਣ, ਪੜ੍ਹਨ, ਜ਼ਰੂਰ ਪੜ੍ਹਨ, ਕਿਉਂਕਿ ਪੜ੍ਹਾਈ ਬਿਨਾਂ ਕੁਛ ਨਹੀਂ। ਅਗਰ ਪੜ੍ਹਨਗੇ, ਮਿਹਨਤ ਕਰਨਗੇ ਤਾਂ ਸਾਰਾ ਕੁਛ ਮਿਲੇਗਾ। ਮਨ ਲਾ ਕੇ ਪੜ੍ਹਨ, ਇਕਾਗਰ ਲਾ ਕੇ ਪੜ੍ਹਨ, ਇਕਾਗਰਤਾ ਨਾਲ ਪੜ੍ਹਨ। ਮੋਬਾਈਲ ਤੋਂ ਤਕਰੀਬਨ ਮੈਂ ਸਮਝਦਾ ਕਿ ਦੂਰ ਰਹਿਣ। ਮੋਬਾਈਲ ਉਦੋਂ ਹੀ ਚਲਾਉਣ ਜਦੋਂ ਜ਼ਰੂਰਤ ਹੋਵੇ, ਵਰਨਾ ਨਾ ਚਲਾਉਣ। ਮਿਹਨਤ ਕਰਕੇ ਹੀ ਸਭ ਫਲ ਮਿਲਦੇ ਆ। ਮੈਂ ਕਦੀ ਇਹ ਚੀਜ਼ ਸੋਚਦਾ ਹਾਂ ਕਿ ਜਿੰਨੀਆਂ ਵੀ ਰਾਸ਼ਟਰੀ ਟੀਮਾਂ ਜਿੰਨੀਆਂ ਵੀ ਖੇਡਦੀਆਂ, ਇੰਡੀਆ ਦੇ ਵਿੱਚ ਟੀਮਾਂ ਖੇਡਦੀਆਂ, ਉਹ ਸਾਰੇ ਮਿਹਨਤ ਕਰਕੇ ਗਏ ਹੋਆ। ਸਰਦਾਰ ਮਿਲਖਾ ਸਿੰਘ ਰਾਤ ਨੂੰ ਉੱਠ ਕੇ ਭੱਜਿਆ ਕਰਦੇ ਸੀ। ਕਿਉਂ ਭੱਜਿਆ ਕਰਦੇ ਸੀ? ਕਿਉਂਕਿ ਉਹਨਾਂ ਨੇ ਸੋਚ ਲਿਆ ਸੀ ਕਿ ਮੈਂ ਕੁਝ ਬਣਨਾ ਹੈ, ਮੈਂ ਕੁਝ ਕਰਨਾ ਹੈ। ਅਤੇ ਹੁਣ ਵੀ ਇਹੋ ਜਿਹੇ ਕਈ ਹੈਗੇ ਸਪੋਰਟਸ ਵਾਲੇ ਖਿਲਾੜੀ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਹੈਗੇ ਆ। ਲੇਕਿਨ ਸਮਾਂ ਥੋੜ੍ਹਾ ਬਦਲ ਲਿਆ। ਹੁਣ ਪਹਿਲਾਂ ਫੁੱਟਬਾਲ ਦੀ ਟੀਮ ਭਾਰਤ ਦੀ ਬਹੁਤ ਪਿੱਛੇ ਸੀ, ਲੇਕਿਨ ਹੁਣ ਸੈਫ ਗੇਮ 'ਚ ਵੀ ਵਿਜੇਤਾ ਬਣ ਗਈ, ਹਾਕੀ 'ਚ ਵੀ ਵਿਜੇਤਾ ਬਣ ਗਈ, ਕ੍ਰਿਕਟ 'ਚ ਵੀ ਵਿਜੇਤਾ ਬਣ ਗਈ, ਜੈਵਲਿਨ ਥਰੋ 'ਚ ਵੀ ਵਿਜੇਤਾ ਬਣ ਗਈ। ਨੀਰਜ ਚੋਪੜਾ ਦਾ ਨਾਂ ਤੁਸੀਂ ਸਾਰੇ ਜਾਣਦੇ ਹੋ। ਅਤੇ ਇਸ ਕਰਕੇ ਹੌਲੀ ਪਰਿਵਰਤਨ ਆਈ ਜਾਂਦਾ। ਉਹ ਕਿੱਥੋਂ ਆਈ ਜਾਂਦਾ? ਕਿਉਂਕਿ ਹੁਣ ਥੋੜ੍ਹੀ ਜਿਹੀ ਬੱਚਿਆਂ ਵਿੱਚ ਰੁਚੀਆਂ ਬਹੁਤ ਹੋ ਗਈਆਂ, ਨਸ਼ਿਆਂ ਤੋਂ ਦੂਰ ਹੋਣ ਲੱਗ ਪਏ ਆ। ਅਤੇ ਇਸ ਤਰ੍ਹਾਂ ਕਰਦੇ ਆਪਾਂ ਇੱਕ ਨੰਬਰ 'ਤੇ ਪਹੁੰਚ ਸਕਦੇ ਹਾਂ। ਇਹ ਨੇ ਜੀ ਗੁਰਦੁਆਰਾ ਸਿੰਘ ਸਭਾ ਪਿੰਡ 42H ਦੇ ਪ੍ਰਧਾਨ ਸੇਵਾਦਾਰ ਕੁਲਦੀਪ ਸਿੰਘ ਜੀ ਸਰੋਆ ਉਰਫ ਗੁਰੂ ਜੀ, ਜਿਨ੍ਹਾਂ ਨੇ ਆਪਦੀ ਉਮਰ ਪਹਿਲਾਂ ਸਿੱਖਿਆ ਦੇ ਖੇਤਰ 'ਚ ਲਾਈ, ਫਿਰ ਧਾਰਮਿਕ ਪੱਧਰ 'ਤੇ ਸੇਵਾ ਕਰੀ ਜਾਂਦੇ ਆ। ਅਤੇ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਆ ਆਪਦੇ ਬਜ਼ੁਰਗਾਂ ਦਾ, ਜਿਨ੍ਹਾਂ ਨੇ ਐਡਾ ਵਧੀਆ ਸੰਸਕਾਰ ਦਿੱਤੇ, ਸਪੋਰਟਸ ਨਾਲ ਜੋੜਿਆ, ਖੇਡ ਨਾਲ ਜੋੜਿਆ, ਅਤੇ ਸਭ ਤੋਂ ਵੱਡੀ ਗੱਲ ਮਿਹਨਤ ਕਰਨੀ ਸਿਖਾਈ, ਕਿਰਤ ਕਰਨੀ ਸਿਖਾਈ। ਅਤੇ ਹੁਣ ਉਸੇ ਚੀਜ਼ ਦੇ ਸੰਸਕਾਰੇ ਆਪਦੇ ਬੱਚਿਆਂ ਨੂੰ ਗਾਂ ਹੋਰ ਵੀ ਪਿੰਡਾਂ ਦੇ ਜਿੰਨੇ ਵੀ ਜਿੱਥੇ ਇਹਨਾਂ ਨੇ ਸਿੱਖਿਆ ਪ੍ਰਦਾਨ ਕਰੀ, ਜਾ ਕੇ ਬੱਚਿਆਂ ਨੂੰ ਇਹ ਸੰਸਕਾਰ ਦਿੱਤੇ। ਅਤੇ ਹੁਣ ਇਹ ਬੱਚਿਆਂ ਅੱਗੇ ਅਪੀਲ ਕਰੀ ਜਾਂਦੇ ਵੀ ਸਭ ਤੋਂ ਪਹਿਲਾਂ ਤਾਂ ਅਸਮਾਜਿਕ ਤੱਤਾਂ ਤੋਂ ਅਤੇ ਨਸ਼ਿਆਂ ਤੋਂ ਦੂਰ ਰਹੋ, ਵੱਧ ਤੋਂ ਵੱਧ ਖੇਡ ਨਾਲ ਜੁੜੋ। ਖੇਡ ਵੀ ਜ਼ਰੂਰੀ ਹੈ, ਜਿਵੇਂ ਸਰੀਰ ਦੀ ਤੰਦਰੁਸਤੀ ਵੀ ਜ਼ਰੂਰੀ ਹੈ, ਸਿੱਖਿਆ ਵੀ ਜ਼ਰੂਰੀ ਹੈ। ਸਿੱਖਿਆ ਬਿਨਾਂ ਕੁਛ ਨਹੀਂ, ਸਿੱਖਿਆ ਦੇ ਗਿਆਨ ਦਾ ਕਦੀ ਬਟਵਾਰਾ ਨਹੀਂ ਹੋ ਸਕਦਾ, ਅਤੇ ਸਿੱਖਿਆ ਬਹੁਤ ਜ਼ਰੂਰੀ ਹੈ। ਗੁਰਸਿੱਖ ਪਰਿਵਾਰਾਂ ਅੱਗੇ ਅਪੀਲ ਕਰੀ ਜਾਂਦੇ ਆ ਵੀ ਸਮੇਂ ਅਨੁਸਾਰ ਟਾਈਮ 'ਚੋਂ ਟਾਈਮ ਕੱਢ ਕੇ ਗੁਰੂ ਘਰ ਆਇਆ ਕਰੋ, ਗੁਰਬਾਣੀ ਪੜ੍ਹਿਆ ਕਰੋ, ਬੱਚਿਆਂ ਨੂੰ ਵੀ ਗੁਰਬਾਣੀ ਨਾਲ ਲਾਓ, ਬੱਚਿਆਂ ਵਿੱਚ ਵੀ ਲਿਵ ਲਾਓ ਗੁਰਬਾਣੀ ਦੀ। ਅਤੇ ਵਹਿਮਾਂ ਭਰਮਾਂ ਤੋਂ ਬਚ ਕੇ ਬਸ ਆਪਦਾ ਗੁਰਦੁਆਰੇ ਆਇਆ ਕਰੋ ਅਤੇ ਨਾਮ ਦਾ ਸਿਮਰਨ ਕਰਿਆ ਕਰੋ, ਅਤੇ ਸਮੇਂ ਅਨੁਸਾਰ ਦਸੌਂਦ ਕੱਢ ਕੇ ਅਕਾਲ ਤਖਤ ਦੀ ਮਰਿਆਦਾ ਅਨੁਸਾਰ ਗੁਰਦੁਆਰੇ 'ਚ ਆਇਆ ਕਰੋ, ਆਚਰਣ ਕਰਿਆ ਕਰੋ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।